शुक्र है तेरा, हमें ये दिन दिखाया है। खुदाया शुक्र है तेरा, हमें ये दिन दिखाया है। तेरे दर पर हम आए हैं और अपना सर झुकाया है। तेरे दर पर हम आए हैं और अपना सर झुकाया है। खुदाया शुक्र है तेरा, हमें ये दिन दिखाया है। खुदाया शुक्र है तेरा, हमें ये दिन दिखाया है। हमें ये दिन दिखाया है, हमें ये दिन दिखाया है। ਬਾਪ ਅਤੇ ਬੇਟੇ ਅਤੇ ਰੂਹ ਪਾਕ ਦੇ ਨਾਮ ਉਤੇ ਆਮੀਨ। ਸਾਡੇ ਪ੍ਰਭੂ ਯਿਸੂ ਮਸੀਹ ਦਾ ਫਜ਼ਲ, ਖੁਦਾ ਬਾਪ ਦਾ ਪ੍ਰੇਮ ਤੇ ਰੂਹ ਪਾਕ ਦੀ ਸਾਂਝ ਤੁਹਾਡੇ ਨਾਲ ਹੋਵੇ। ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਮਸੀਹ ਵੀ ਪਿਆਰੇ ਭੈਣੋ ਤੇ ਭਰਾਓ, ਜਦੋਂ ਸਾਡੇ ਪਰਿਵਾਰ ਵਿੱਚ ਕੋਈ ਵੀ ਸਮੱਸਿਆ ਪੈਦਾ ਹੁੰਦੀ ਹੈ, ਪਰਿਵਾਰ ਦੇ ਸਾਰੇ ਮੈਂਬਰ ਮਿਲ ਕੇ ਉਸ ਦਾ ਹੱਲ ਕੱਢਣ ਦੀ ਕੋਸ਼ਿਸ਼ ਕਰਦੇ ਹਨ। ਸਾਰੇ ਉਸ ਸਮੱਸਿਆ ਉੱਤੇ ਵਿਚਾਰ ਕਰਦੇ ਹਨ, ਆਪਣੇ ਆਪਣੇ ਵਿਚਾਰ ਪੇਸ਼ ਕਰਦੇ ਹੋਏ ਸਮੱਸਿਆ ਦਾ ਹੱਲ ਕੱਢ ਕੇ ਅੱਗੇ ਚੱਲਦੇ ਹਨ। ਇਸੇ ਤਰ੍ਹਾਂ ਅਸੀਂ ਅੱਜ ਵੇਖਾਂਗੇ, ਖਾਸ ਤੌਰ 'ਤੇ ਪਹਿਲੇ ਪਾਠ ਦੇ ਰਾਹੀਂ, ਕਿ ਪਾਕਮਾ ਕਲੀਸਿਆ ਇੱਕ ਪਰਿਵਾਰ ਹੈ ਜਿਸ ਦੀ ਉਸਾਰੀ ਪ੍ਰਭੂ ਯਿਸੂ ਨੇ ਕੀਤੀ ਹੈ ਅਤੇ ਉਸ ਦੀ ਦੇਖਭਾਲ ਤੇ ਜੋ ਵੀ ਸਮੱਸਿਆਵਾਂ ਹਨ ਉਹਨਾਂ ਦਾ ਹੱਲ ਕੱਢਣ ਲਈ ਪ੍ਰਭੂ ਨੇ ਆਪਣੇ ਰਸੂਲਾਂ ਨੂੰ ਸਥਾਪਿਤ ਕੀਤਾ ਹੈ। ਪਾਕਮਾ ਕਲੀਸਿਆ ਰਸੂਲੀ ਅਧਿਕਾਰ ਰੱਖਦੀ ਹੋਈ ਜੋ ਵੀ ਸਮੱਸਿਆਵਾਂ ਆਉਂਦੀਆਂ ਹਨ ਉਹਨਾਂ ਨਾਲ ਸਾਹਮਣਾ ਕਰਦੀ ਹੈ ਤੇ ਨਾਲ ਹੀ ਉਹਨਾਂ ਦਾ ਹੱਲ ਕੱਢ ਕੇ ਆਪਣੇ ਮੈਂਬਰਾਂ ਦੀ ਸਹੀ ਸਿੱਖਿਆ ਦੇ ਰਾਹੀਂ ਅਗਵਾਈ ਕਰਦੀ ਹੈ। ਅਸੀਂ ਸਾਰੇ ਜੋ ਕਲੀਸਿਆ ਦੇ ਮੈਂਬਰ ਹਾਂ, ਇੱਕ ਪਰਿਵਾਰ ਦੇ ਮੈਂਬਰ ਹਾਂ ਤੇ ਜੋ ਵੀ ਕਲੀਸਿਆ ਸਾਨੂੰ ਦੱਸਦੀ ਹੈ ਉਸ ਰਸੂਲੀ ਅਧਿਕਾਰ ਦੇ ਰਾਹੀਂ ਹੀ ਉਹ ਸਾਰੀਆਂ ਸਿੱਖਿਆਵਾਂ ਸਾਡੇ ਕੋਲ ਪਹੁੰਚਦੀਆਂ ਹਨ। ਇਸ ਤਰੀਕੇ ਨਾਲ ਪ੍ਰਭੂ ਦੀਆਂ ਸਾਰੀਆਂ ਸਿੱਖਿਆਵਾਂ ਕਲੀਸਿਆ ਦੇ ਰਾਹੀਂ ਸਾਡੇ ਉੱਤੇ ਪ੍ਰਗਟ ਕੀਤੀਆਂ ਜਾਂਦੀਆਂ, ਸਾਨੂੰ ਸਮਝਾਈਆਂ ਜਾਂਦੀਆਂ ਤੇ ਉਸ ਦੇ ਮੁਤਾਬਕ ਹੀ ਸਾਡਾ ਮਾਰਗਦਰਸ਼ਨ ਕੀਤਾ ਜਾਂਦਾ ਹੈ। ਆਓ ਅਸੀਂ ਇਸ ਗੱਲ 'ਤੇ ਹਮੇਸ਼ਾ ਵਿਸ਼ਵਾਸ ਰੱਖੀਏ ਕਿ ਜੋ ਕੁਝ ਵੀ ਪ੍ਰਭੂ ਯਿਸੂ ਨੇ ਆਪਣੀ ਕਲੀਸਿਆ ਉੱਤੇ ਪ੍ਰਗਟ ਕੀਤਾ ਹੈ ਉਹ ਸੱਚ ਹੈ ਅਤੇ ਉਸ ਦੀ ਪਾਲਣਾ ਕਰਨਾ ਉਸ ਦੇ ਹੁਕਮਾਂ ਦੀ ਪਾਲਣਾ ਕਰਨ ਦੇ ਬਰਾਬਰ ਹੈ। ਅੱਜ ਇਸ ਪਾਕਮਾਤ ਦੀ ਕੁਰਬਾਨੀ ਵਿੱਚ ਆਓ ਅਸੀਂ ਖਾਸ ਤੌਰ 'ਤੇ ਸਮੁੱਚੀ ਕੈਥੋਲਿਕ ਕਲੀਸਿਆ ਲਈ ਸਾਡੇ ਸੰਤ ਪਾਪਾ ਫਰਾਂਸਿਸ, ਸਾਰੇ ਬਿਸ਼ਪ ਸਾਹਿਬਾਨਾਂ, ਪ੍ਰੋਹਤਾਂ, ਸਿਸਟਰਾਂ, ਮਨਾਦਾਂ ਤੇ ਕਲੀਸਿਆ ਦੇ ਇੱਕ ਇੱਕ ਮੈਂਬਰ ਲਈ ਪ੍ਰਾਰਥਨਾ ਕਰੀਏ ਕਿ ਸਾਰੇ ਏਕਤਾ ਵਿੱਚ ਹਮੇਸ਼ਾ ਬਚ ਕੇ ਰਹਿਣ। ਅੱਜ ਦੇ ਇਹਨਾਂ ਪਵਿੱਤਰ ਭੇਦਾਂ ਨੂੰ, ਪਾਕਮਾਤ ਦੀ ਕੁਰਬਾਨੀ ਨੂੰ ਯੋਗ ਢੰਗ ਨਾਲ ਮਨਾਉਣ ਲਈ ਆਓ ਅਸੀਂ ਆਪਣੇ ਆਪ ਦੀ ਤਿਆਰੀ ਕਰੀਏ। ਜੋ ਵੀ ਗੁਨਾਹ ਗਲਤੀਆਂ ਕੀਤੀਆਂ ਹਨ ਆਓ ਅਸੀਂ ਉਹਨਾਂ ਨੂੰ ਪੋਹ ਦੇ ਅਲਤਾਰ ਉੱਤੇ ਚੜਾਉਂਦੇ ਹੋਏ ਸੱਚੇ ਨਾਲ ਪਛਤਾਵਾ ਕਰੀਏ, ਮਾਫੀ ਮੰਗੀਏ ਤੇ ਆਖੀਏ, ਮੈਂ ਇਕਬਾਲ ਕਰਦਾ ਹਾਂ ਪੂਰੀ ਕੁਦਰਤ ਵਾਲੇ ਖੁਦਾ ਅਤੇ ਤੁਹਾਡੇ ਅੱਗੇ ਐ ਭਰਾਵੋ ਤੇ ਭੈਣੋ ਕਿ ਮੈਂ ਸੋਚਣ ਨਾਲ, ਬੋਲਣ ਨਾਲ, ਕਰਨ ਨਾਲ ਅਤੇ ਅਣਗਹਿਲੀ ਦੇ ਨਾਲ ਬਹੁਤ ਗੁਨਾਹ ਕੀਤੇ। ਆਪਣੇ ਦੋਸ਼ ਦੇ ਨਾਲ, ਆਪਣੇ ਹੀ ਦੋਸ਼ ਦੇ ਨਾਲ, ਆਪਣੇ ਬਹੁਤ ਵੱਡੇ ਦੋਸ਼ ਦੇ ਨਾਲ। ਇਸ ਲਈ ਮੈਂ ਧੰਨ ਸਦਾ ਕੁਆਰੀ ਮਰੀਅਮ, ਸਾਰਿਆਂ ਫਰਿਸ਼ਤਿਆਂ ਅਤੇ ਸੰਤਾਂ ਅਤੇ ਤੁਹਾਡੇ ਅੱਗੇ ਐ ਭਰਾਵੋ ਤੇ ਭੈਣੋ ਮੈਂ ਬੇਨਤੀ ਕਰਦਾ ਹਾਂ ਕਿ ਮੇਰੇ ਲਈ ਪ੍ਰਭੂ ਖੁਦਾ ਦੇ ਅੱਗੇ ਪ੍ਰਾਰਥਨਾ ਕਰੋ। ਪੂਰੀ ਕੁਦਰਤ ਵਾਲਾ ਖੁਦਾ ਸਾਡੇ ਉੱਤੇ ਦਇਆ ਕਰੇ ਅਤੇ ਸਾਡੇ ਗੁਨਾਹਾਂ ਨੂੰ ਮਾਫ ਕਰਕੇ ਸਾਨੂੰ ਸਦੀਵੀ ਜੀਵਨ ਤੱਕ ਪਹੁੰਚਾਵੇ। ਆਮੀਨ।
ऐ प्रभु दया कर, ऐ प्रभु दया कर, ऐ मसीहा दया कर, ऐ मसीहा दया कर, ऐ प्रभु दया कर। ऐ प्रभु दया कर। ਅਸੀਂ प्रार्थना करिए। ऐ खुदा साडे बाप, ਭਾਵੇਂ ਅਸੀਂ ਗੁਨੇਗਾਰ ਹਾਂ ਪਰ ਫਿਰ ਵੀ ਤੇਰੇ ਫਜ਼ਲ ਨਾਲ ਨੇਕ ਕੀਤੇ ਜਾਂਦੇ ਹਾਂ, ਅਤੇ ਭਾਵੇਂ ਅਸੀਂ ਤਰਸਯੋਗ ਹਾਲਤ ਵਿੱਚ ਹਾਂ ਪਰ ਫਿਰ ਵੀ ਤੇਰੇ ਫਜ਼ਲ ਨਾਲ ਮੁਬਾਰਕ ਕੀਤੇ ਜਾਂਦੇ ਹਾਂ। ਅਸੀਂ ਬੇਨਤੀ ਕਰਦੇ ਹਾਂ ਕਿ ਆਪਣੇ ਕੰਮਾਂ ਦੀ ਅਤੇ ਸਾਨੂੰ ਦਿੱਤੀਆਂ ਆਪਣੀਆਂ ਸੌਗਾਤਾਂ ਦੀ ਨਿਗਰਾਨੀ ਕਰ, ਤਾਂ ਜੋ ਉਹ ਜਿਹੜੇ ਆਪਣੇ ਈਮਾਨ ਰਾਹੀਂ ਨੇਕ ਠਹਿਰਾਏ ਜਾਂਦੇ ਹਨ ਉਹ ਹਮੇਸ਼ਾ ਮਜ਼ਬੂਤ ਰਹਿਣ ਦੀ ਹਿੰਮਤ ਨਾ ਹਾਰਨ। ਸਾਡੇ ਪ੍ਰਭੂ ਯਿਸੂ ਮਸੀਹ ਤੇਰੇ ਬੇਟੇ ਦੇ ਰਾਹੀਂ ਜੋ ਤੇਰੇ ਨਾਲ ਰੂਹ ਪਾਕ ਦੀ ਏਕਤਾ ਵਿੱਚ ਇੱਕ ਖੁਦਾ ਜਿਉਂਦਾ ਤੇ ਰਾਜ ਕਰਦਾ ਹੈ ਸਦਾ ਤੋਂ ਸਦਾ ਤੀਕਰ। ਆਮੀਨ। ਪ੍ਰਭੂ ਤੁਹਾਡੇ ਦਿਲ ਵਿੱਚ ਅਤੇ ਜ਼ੁਬਾਨ 'ਤੇ ਹੋਵੇ ਤਾਂ ਯੋਗਤਾ ਨਾਲ ਤੁਸੀਂ ਖੁਦਾ ਦਾ ਵਚਨ ਸੁਣਾ ਸਕੋ। ਬਾਪ ਅਤੇ ਬੇਟੇ ਤੇ ਰੂਹ ਪਾਕ ਦੇ ਨਾਮ ਉੱਤੇ ਆਮੀਨ। ਪਾਠ ਪਹਿਲਾ। ਰਸੂਲਾਂ ਦੇ ਕਰਤੱਵ, ਉਸ ਦਾ 15 ਬਾਬ 7 ਤੋਂ 21 ਆਇਤ ਤੱਕ। ਕਾਫੀ ਵਾਦ ਵਿਵਾਦ ਦੇ ਬਾਅਦ ਪਤਰਸ ਨੇ ਉੱਠ ਕੇ ਉਹਨਾਂ ਨੂੰ ਕਿਹਾ, ਭਰਾਓ, ਤੁਸੀਂ ਜਾਣਦੇ ਹੋ ਕਿ ਸ਼ੁਰੂ ਵਿੱਚ ਤੁਹਾਡੇ ਵਿੱਚੋਂ ਖੁਦਾ ਨੇ ਮੈਨੂੰ ਚੁਣ ਲਿਆ ਕਿ ਗੈਰ ਯਹੂਦੀ ਮੇਰੇ ਮੂੰਹੋਂ ਸ਼ੁਭ ਸਮਾਚਾਰ ਦਾ ਸੰਦੇਸ਼ਾ ਸੁਣਨ ਅਤੇ ਈਮਾਨ ਲਿਆਉਣ। ਮਨੁੱਖ ਦੇ ਦਿਲਾਂ ਤੇ ਗੁਰਦਿਆਂ ਨੂੰ ਜਾਣਨ ਵਾਲੇ ਖੁਦਾ ਨੇ ਉਹਨਾਂ ਨੂੰ ਸਾਡੇ ਵਾਂਗ ਹੀ ਰੂਪਾਕ ਦੇ ਕੇ ਉਹਨਾਂ ਬਾਰੇ ਸਾਖੀ ਦਿੱਤੀ। ਇਸ ਤਰ੍ਹਾਂ ਈਮਾਨ ਰਾਹੀਂ ਉਹਨਾਂ ਦੇ ਦਿਲਾਂ ਨੂੰ ਸ਼ੁੱਧ ਕਰਨ ਨਾਲ ਉਸਨੇ ਪ੍ਰਮਾਣ ਦਿੱਤਾ ਭਈ ਉਸਨੇ ਸਾਡੇ ਅਤੇ ਉਹਨਾਂ ਦੇ ਵਿੱਚ ਕੋਈ ਫਰਕ ਨਹੀਂ ਰੱਖਿਆ। ਇਸ ਲਈ ਹੁਣ ਤੁਸੀਂ ਉਸ ਜੂਲੇ ਨੂੰ ਚੇਲਿਆਂ ਦੇ ਮੋਢੇ ਉੱਤੇ ਰੱਖ ਕੇ ਖੁਦਾ ਦੀ ਪ੍ਰੀਖਿਆ ਕਿਉਂ ਲੈਂਦੇ ਹੋ, ਜਿਸ ਨੂੰ ਚੁੱਕਣ ਵਿੱਚ ਨਾ ਤਾਂ ਸਾਡੇ ਪੁਰਖੇ ਸਫਲ ਹੋਏ ਅਤੇ ਨਾ ਅਸੀਂ। ਠੀਕ ਇਸ ਦੇ ਉਲਟ ਅਸੀਂ ਇਹ ਮੰਨਦੇ ਹਾਂ ਕਿ ਪ੍ਰਭੂ ਯਿਸੂ ਦੇ ਫਜ਼ਲ ਰਾਹੀਂ ਸਾਨੂੰ ਮੁਕਤੀ ਮਿਲੇਗੀ ਅਤੇ ਇਸੇ ਤਰ੍ਹਾਂ ਉਹਨਾਂ ਨੂੰ ਵੀ। ਸਾਰੀ ਸਭਾ ਚੁੱਪ ਰਹੀ ਅਤੇ ਪੌਲੁਸ ਦੀਆਂ ਗੱਲਾਂ ਸੁਣਦੀ ਰਹੀ ਜਿਹੜੇ ਉਹਨਾਂ ਨਿਸ਼ਾਨਾਂ ਅਤੇ ਚਮਤਕਾਰਾਂ ਬਾਰੇ ਦੱਸ ਰਹੇ ਸਨ ਜੋ ਖੁਦਾ ਨੇ ਉਹਨਾਂ ਰਾਹੀਂ ਗੈਰ ਯਹੂਦੀ ਲੋਕਾਂ ਵਿੱਚ ਦਿਖਾਏ ਸਨ। ਜਦੋਂ ਉਹਨਾਂ ਨੇ ਬੋਲਣਾ ਬੰਦ ਕੀਤਾ ਤਾਂ ਯਾਕੂਬ ਨੇ ਉੱਤਰ ਵਿੱਚ ਕਿਹਾ, ਭਰਾਓ, ਮੇਰੀ ਗੱਲ ਸੁਣੋ। ਸ਼ੋਮਾਉਨ ਨੇ ਦੱਸਿਆ ਹੈ ਕਿ ਖੁਦਾ ਨੇ ਕਿਸ ਤਰ੍ਹਾਂ ਗੈਰ ਯਹੂਦੀ ਲੋਕਾਂ ਉੱਤੇ ਮਿਹਰ ਦੀ ਪਹਿਲੀ ਨਜ਼ਰ ਕੀਤੀ ਹੈ ਭਈ ਉਹਨਾਂ ਵਿੱਚੋਂ ਆਪਣੇ ਨਾਂ ਦੇ ਲਈ ਇੱਕ ਉਮਤ ਚੁਣੇ। ਇਹ ਨਬੀਆਂ ਦੇ ਵਚਨਾਂ ਦੇ ਅਨੁਸਾਰ ਹੈ, ਜਿਵੇਂ ਲਿਖਿਆ ਹੈ, ਇਸ ਦੇ ਬਾਅਦ ਮੈਂ ਮੁੜ ਆਵਾਂਗਾ ਅਤੇ ਦਾਊਦ ਦੇ ਨਿਵਾਸ ਸਥਾਨ ਨੂੰ ਜੋ ਡਿੱਗਿਆ ਹੋਇਆ ਹੈ ਫਿਰ ਬਣਾਵਾਂਗਾ। ਉਸ ਦੇ ਖੰਡਰਾਂ ਵਿੱਚੋਂ ਮੈਂ ਫਿਰ ਉਸਾਰੀ ਕਰਾਂਗਾ ਅਤੇ ਮੈਂ ਉਸ ਨੂੰ ਫਿਰ ਖੜਾ ਕਰਾਂਗਾ, ਤਾਂ ਜੋ ਮਨੁੱਖ ਜਾਤੀ ਦੇ ਬਾਕੀ ਸਾਰੇ ਲੋਕ ਪ੍ਰਭੂ ਦੀ ਖੋਜ ਕਰਨ, ਇੱਥੋਂ ਤੱਕ ਕਿ ਸਾਰੇ ਗੈਰ ਯਹੂਦੀ ਵੀ ਜਿਨ੍ਹਾਂ ਉੱਤੇ ਮੇਰਾ ਨਾਮ ਲਿਆ ਗਿਆ ਹੈ। ਇਹ ਉਹ ਪ੍ਰਭੂ ਕਹਿੰਦਾ ਹੈ ਜਿਸ ਨੇ ਇਹ ਗੱਲਾਂ ਪੁਰਾਣੇ ਯੁੱਗਾਂ ਤੋਂ ਹੀ ਪ੍ਰਗਟ ਕੀਤੀਆਂ ਹਨ। ਇਸ ਲਈ ਮੈਂ ਇਸ ਫੈਸਲੇ ਤੇ ਪੁੱਜਾ ਹਾਂ ਕਿ ਅਸੀਂ ਉਹਨਾਂ ਗੈਰ ਯਹੂਦੀ ਲੋਕਾਂ ਨੂੰ ਜਿਨ੍ਹਾਂ ਖੁਦਾ ਵੱਲ ਰਜੂ ਕੀਤਾ ਹੈ ਤੰਗ ਨਾ ਕਰੀਏ, ਸਗੋਂ ਉਹਨਾਂ ਨੂੰ ਇਹ ਲਿਖ ਭੇਜੀਏ ਕਿ ਉਹ ਸਿਰਫ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਦੀ ਪੱਟੀਆਂ ਜਾਂ ਭੇਂਟ ਚੜਾਈਆਂ ਵਸਤਾਂ ਤੋਂ, ਵਿਭਚਾਰ ਤੋਂ ਅਤੇ ਗਲਾ ਘੁੱਟ ਕੇ ਮਾਰੇ ਜਾਨਵਰਾਂ ਦੇ ਮਾਸ ਤੋਂ ਅਤੇ ਲਹੂ ਤੋਂ ਪਰਹੇਜ਼ ਕਰਨ।
ਕਿਉਂਕਿ ਪੁਰਾਣੀ ਪੀੜ੍ਹੀਆਂ ਤੋਂ ਹਰ ਨਗਰ ਵਿੱਚ ਮੂਸਾ ਬਾਰੇ ਪ੍ਰਚਾਰ ਕਰਨ ਵਾਲੇ ਰਹਿੰਦੇ ਹਨ ਅਤੇ ਉਸ ਦਾ ਵਿਧਾਨ ਹਰ ਸਬਤ ਨੂੰ ਸਭਾ ਘਰ ਵਿੱਚ ਪੜ੍ਹ ਕੇ ਸੁਣਾਇਆ ਜਾਂਦਾ ਹੈ। ਇਹ ਪ੍ਰਭੂ ਦੀ ਬਾਣੀ ਹੈ। खुदा दा शुक्र होवे। या रब तू मेरी पाना है सो तू है मेरी जान। या रब तू मेरी पाना है सो तू है मेरी जान। खुदावंद दे विच रहती है सो तेरा है खुदावंद दे विच रहती है सो तेरा है मकान। सो तेरे उते कदी भी ना आफत आवेगी। सो तेरे उते कदी भी ना आफत आवेगी। पाली तेरे डेरे विच ना कदी जावेगी। पाली तेरे डेरे विच ना कदी जावेगी। या रब तू मेरी पाना है सो तू है मेरी जान। खुदावंद दे विच रहती है सो तेरा है मकान। गली गली में अंजीर सुनाएंगे, प्यारे यीशु का नाम बताएंगे। गली गली में अंजीर सुनाएंगे, प्यारे यीशु का नाम बताएंगे। ऐसा छेड़ेंगे मिलकर तराना, जागे उठेगा सारा जमाना। हो ऐसा छेड़ेंगे मिलकर तराना, जागे उठेगा सारा जमाना। बुरे भटकों को राह पर लाएंगे, प्यारे यीशु का नाम बताएंगे। घड़ी घड़ी में अंजीर सुनाएंगे, प्यारे यीशु का नाम बताएंगे। ਪ੍ਰਭੂ ਤੁਹਾਡੇ ਨਾਲ ਹੋਵੇ। ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਪਾਠ ਪਵਿੱਤਰ ਅੰਜੀਲ ਦਾ ਸੰਤ ਯੂਹੰਨਾ ਦੇ ਅਨੁਸਾਰ। ਤੇਰੀ ਵਡਿਆਈ ਹੋਵੇ ਐ ਪ੍ਰਭੂ। ਉਸ ਦਾ 15 ਅਧਿਆਇ 9 ਤੋਂ 11 ਆਇਤ। ਜਿਸ ਤਰ੍ਹਾਂ ਬਾਪ ਨੇ ਮੈਨੂੰ ਪਿਆਰ ਕੀਤਾ ਹੈ, ਉਸੇ ਤਰ੍ਹਾਂ ਮੈਂ ਵੀ ਤੁਹਾਨੂੰ ਪਿਆਰ ਕੀਤਾ ਹੈ। ਮੇਰੇ ਪਿਆਰ ਵਿੱਚ ਬਣੇ ਰਹੋ। ਜੇਕਰ ਤੁਸੀਂ ਮੇਰੀਆਂ ਆਗਿਆਵਾਂ ਦੀ ਪਾਲਣਾ ਕਰੋਗੇ ਤਾਂ ਤੁਸੀਂ ਮੇਰੇ ਪਿਆਰ ਵਿੱਚ ਬਣੇ ਰਹੋਗੇ, ਜਿਸ ਤਰ੍ਹਾਂ ਮੈਂ ਆਪਣੇ ਬਾਪ ਦੀਆਂ ਆਗਿਆਵਾਂ ਦੀ ਪਾਲਣਾ ਕੀਤੀ ਹੈ ਅਤੇ ਉਸ ਦੇ ਪਿਆਰ ਵਿੱਚ ਬਣਿਆ ਰਹਿੰਦਾ ਹਾਂ। ਇਹ ਗੱਲਾਂ ਮੈਂ ਤੁਹਾਨੂੰ ਇਸ ਲਈ ਦੱਸੀਆਂ ਹਨ ਕਿ ਮੇਰਾ ਆਨੰਦ ਤੁਹਾਡੇ ਵਿੱਚ ਹੋਵੇ ਅਤੇ ਤੁਹਾਡਾ ਆਨੰਦ ਭਰਪੂਰ ਹੋਵੇ। ਪ੍ਰਭੂ ਦੀ ਪਾਕ ਅੰਜੀਲ। ਤੇਰੀ ਮਹਿਮਾ ਹੋਵੇ ਐ ਮਸੀਹਾ। ਮਸੀਹ ਦੇ ਪਿਆਰੇ ਭੈਣੋ ਤੇ ਭਰਾਓ, ਕੋਈ ਇਕੱਲਾ ਇਨਸਾਨ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਨਹੀਂ ਕਰ ਸਕਦਾ।
ਨਾ ਹੀ ਇੱਕ ਇਕੱਲਾ ਇਨਸਾਨ ਹਰ ਇੱਕ ਸਮੱਸਿਆ ਦਾ ਹੱਲ ਕੱਢ ਸਕਦਾ ਹੈ, ਕਿਉਂਕਿ ਹਰ ਇੱਕ ਦੀ ਸੋਚ ਵੱਖਰੀ ਹੁੰਦੀ ਹੈ ਅਤੇ ਹਰ ਇੱਕ ਦਾ ਸਮੱਸਿਆਵਾਂ ਨੂੰ ਦੇਖਣ ਦਾ, ਉਸ ਦਾ ਹੱਲ ਕੱਢਣ ਦਾ ਜੋ ਤਰੀਕਾ ਹੈ ਉਹ ਵੀ ਵੱਖੋ ਵੱਖਰਾ ਹੈ। ਪ੍ਰਭੂ ਦੀ ਸੋਚ ਕੀ ਹੈ? ਪ੍ਰਭੂ ਨੇ ਸਾਡੇ ਉੱਤੇ ਇਹ ਸੋਚ ਪ੍ਰਗਟ ਕੀਤੀ ਹੈ। ਅਸੀਂ ਵਚਨ ਪੜ੍ਹਦੇ ਹਾਂ ਸੰਤ ਪੌਲੁਸ ਦਾ ਅਫਸੀਆਂ ਦੀ ਕਲੀਸਿਆ ਪੱਤਰ ਵਿੱਚੋਂ 4 ਅਧਿਆਏ 5 ਅਤੇ 6 ਹੈ। ਜਿਸ ਤਰ੍ਹਾਂ ਇੱਕ ਉਮੀਦ ਹੈ, ਇੱਕ ਸਰੀਰ ਹੈ, ਇੱਕ ਬਪਤਿਸਮਾ ਹੈ, ਇੱਕ ਪ੍ਰਭੂ ਹੈ, ਇੱਕ ਆਤਮਾ ਹੈ, ਇੱਕ ਹੀ ਖੁਦਾ ਹੈ, ਸਾਰਿਆਂ ਦੇ ਉੱਪਰ ਹੈ, ਸਾਰਿਆਂ ਦੇ ਵਿੱਚ ਹੈ ਤੇ ਸਾਰਿਆਂ ਦੇ ਨਾਲ ਹੈ। ਪ੍ਰਭੂ ਇਹ ਚਾਹੁੰਦਾ ਹੈ ਕਿ ਸਾਡੇ ਵਿੱਚ ਇਸ ਤਰ੍ਹਾਂ ਦੀ ਇੱਕ ਏਕਤਾ ਹੋਵੇ। ਜਦੋਂ ਕੋਈ ਵੀ ਈਮਾਨ ਦੇ ਸੰਬੰਧ ਵਿੱਚ ਸਾਡੇ ਵਿੱਚ ਸਮੱਸਿਆ ਖੜੀ ਹੋ ਜਾਂਦੀ ਹੈ ਤੇ ਅਸੀਂ ਜੇਕਰ ਆਪਣੇ ਆਪ ਉਸ ਉੱਤੇ ਵਿਚਾਰ ਕਰਾਂਗੇ ਤਾਂ ਕੋਸ਼ਿਸ਼ ਕਰਾਂਗੇ ਉਸ ਦਾ ਹੱਲ ਕੱਢੀਏ, ਸ਼ਾਇਦ ਅਸੀਂ ਨਾਕਾਮਯਾਬ ਹੋ ਜਾਵਾਂਗੇ। ਇਸੇ ਕਰਕੇ ਪਹਿਲੇ ਪਾਠ ਵਿੱਚ ਆਪਾਂ ਸੁਣਿਆ ਕਿ ਸੰਤ ਪੌਲੁਸ ਅਤੇ ਸੰਤ ਬਰਨਬਾਸ ਉਹ ਆਪਣੀ ਮਿਸ਼ਨਰੀ ਯਾਤਰਾ ਉੱਤੇ ਬਹੁਤ ਸਾਰੇ ਨਗਰਾਂ ਸ਼ਹਿਰਾਂ ਵਿੱਚ ਜਾਂਦੇ ਆ, ਦੇਸ਼ਾਂ ਵਿੱਚ ਜਾਂਦੇ ਆ ਤੇ ਅੰਜੀਲ ਦਾ ਪ੍ਰਚਾਰ ਕਰਦੇ ਆ। ਤੇ ਜਦੋਂ ਉਹਨਾਂ ਨੂੰ ਇਸ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ ਕਿ ਖਤਨਾ ਕਰਨਾ ਚਾਹੀਦਾ ਹੈ ਜਾਂ ਨਹੀਂ, ਜਾਂ ਫਿਰ ਕਿਸ ਤਰ੍ਹਾਂ ਦੀਆਂ ਸਿੱਖਿਆਵਾਂ ਦਾ ਗੈਰ ਯਹੂਦੀਆਂ ਨੂੰ ਪਾਲਣਾ ਕਰਨੀ ਚਾਹੀਦੀ ਹੈ, ਇਹ ਸਮੱਸਿਆਵਾਂ ਦਾ ਹੱਲ ਉਹ ਆਪ ਨਹੀਂ ਕਰਦੇ। ਉਹ ਕਲੀਸਿਆ ਦੇ ਪ੍ਰਮੁੱਖ ਰਸੂਲਾਂ ਦੇ ਕੋਲ ਜਾਂਦੇ ਆ, ਵਾਪਸ ਯਰੂਸ਼ਲਮ ਆਉਂਦੇ ਆ, ਉਹਨਾਂ ਨਾਲ ਇਹਨਾਂ ਸਾਰੀਆਂ ਗੱਲਾਂ ਦੀ ਵਿਚਾਰ ਕਰਦੇ ਆ, ਉਹਨਾਂ ਨੂੰ ਦੱਸਦੇ ਆ। ਤਾਂ ਫਿਰ ਸਾਰੇ ਰਸੂਲ ਇਕੱਠੇ ਹੋ ਕੇ ਇੱਕ ਮਨ ਹੋ ਕੇ ਇਹਨਾਂ ਗੱਲਾਂ ਨੂੰ ਸੁਣਦੇ ਆ, ਉਸ ਉੱਤੇ ਧਿਆਨ ਲਾ ਕੇ ਉਸ ਦਾ ਹੱਲ ਕੱਢਦੇ ਆ। ਪਿਆਰਿਓ, ਉਦੋਂ ਤੋਂ ਲੈ ਕੇ ਹੁਣ ਤੱਕ 2020 ਤੱਕ ਅੱਜ ਦੇ ਸਮੇਂ ਤੱਕ ਕਲੀਸਿਆ ਇਸੇ ਹੀ ਤਰੀਕੇ ਨੂੰ ਅਪਣਾਉਂਦੀ ਆ ਰਹੀ ਹੈ ਤੇ ਜਿੰਨੀਆਂ ਵੀ ਕਲੀਸਿਆ ਨੇ ਸਿੱਖਿਆਵਾਂ ਜ਼ਾਹਰ ਕੀਤੀਆਂ ਹਨ ਜਾਂ ਫਰਮਾਨ ਜ਼ਾਹਰ ਕੀਤੇ ਹਨ ਜਾਂ ਲਾਗੂ ਕੀਤੇ ਹਨ, ਉਹ ਸਾਰੇ ਇਸੇ ਤਰੀਕੇ ਨਾਲ ਹੀ ਇਕੱਠੇ ਹੋ ਕੇ ਉਹਨਾਂ ਉੱਤੇ ਵਿਚਾਰ ਕਰਕੇ ਫਿਰ ਉਹਨਾਂ ਨੂੰ ਰਸੂਲੀ ਅਧਿਕਾਰ ਦੇ ਰਾਹੀਂ ਮਾਨਤਾ ਦੇ ਕੇ ਸਾਰੀ ਕਲੀਸਿਆ ਉੱਤੇ ਲਾਗੂ ਕੀਤੀਆਂ ਹਨ। ਅੱਜ ਕੱਲ੍ਹ ਦੇ ਸਮੇਂ ਵਿੱਚ ਆਪਾਂ ਇੱਕ ਗੱਲ 'ਤੇ ਵਿਚਾਰ ਕਰ ਰਹੇ ਹਾਂ, ਸਿਨਡ ਹੋ ਸਕਦੀ ਹੈ ਜਾਂ ਮਹਾਸਭਾ, ਜੋ 325 ਈਸਵੀ ਪਹਿਲੀ ਮਹਾਸਭਾ ਹੋਈ 325 ਈਸਵੀ, ਯਾਨੀ ਕਿ ਰਸੂਲਾਂ ਤੋਂ ਬਾਅਦ ਜੋ ਪਹਿਲੀ ਮਹਾਸਭਾ ਸੀ 325 ਈਸਵੀ ਵਿੱਚ ਹੋਈ। ਉਸ ਤੋਂ ਬਾਅਦ ਹਰ ਸਦੀ ਵਿੱਚ ਜਾਂ ਸਮੇਂ-ਸਮੇਂ 'ਤੇ ਇਹ ਮਹਾਸਭਾਵਾਂ ਹੁੰਦੀਆਂ ਰਹੀਆਂ, ਸਿਨਡਾਂ ਹੁੰਦੀਆਂ ਰਹੀਆਂ, ਤਾਂ ਜੋ ਸਾਰਿਆਂ ਦੇ ਵਿਚਾਰਾਂ ਨੂੰ ਜਾਣਿਆ ਜਾਵੇ, ਇੱਕ ਅਜਿਹੀ ਸਿੱਖਿਆ ਨੂੰ ਪ੍ਰਗਟ ਕੀਤਾ ਜਾਵੇ ਜਾਂ ਅਜਿਹੀ ਸਿੱਖਿਆ ਦਾ ਨਿਰਮਾਣ ਕੀਤਾ ਜਾਵੇ ਜੋ ਸਾਰਿਆਂ ਨੂੰ ਏਕਤਾ ਵਿੱਚ ਬੱਝੇ। ਇਹ ਹੈ ਕੈਥੋਲਿਕ ਕਲੀਸਿਆ ਦੀ ਇੱਕ ਖੂਬੀ। ਇਸੇ ਕਰਕੇ ਸਾਡੇ ਸਾਰਿਆਂ ਵਿੱਚ ਇੱਕ ਏਕਤਾ ਹੁੰਦੀ ਹੈ। ਅਸੀਂ ਇੱਕ ਹੀ ਪੋਪ ਸਾਹਿਬ ਦੇ ਅਧੀਨ ਹੁੰਦੇ ਹਾਂ, ਉਸ ਦੇ ਫਰਮਾਨ ਨੂੰ ਸਾਰੀ ਦੁਨੀਆ ਵਿੱਚ ਲਾਗੂ ਕੀਤਾ ਜਾਂਦਾ ਹੈ। ਸਾਰੇ ਵਿਸ਼ੇ ਸਹਿਬਾਨ ਉਸ ਦੇ ਨਾਲ ਸਹਿਯੋਗ ਦਿੰਦੇ ਹਨ। ਇਸ ਤਰੀਕੇ ਨਾਲ ਜੋ ਰੋਮ ਦੇ ਵਿੱਚ ਸਿਖਾਇਆ ਜਾਂਦਾ ਹੈ ਉਹ ਦੁਨੀਆ ਦੇ ਕੋਨੇ-ਕੋਨੇ ਵਿੱਚ ਉਸੇ ਤਰੀਕੇ ਨਾਲ ਹੀ ਸਿਖਾਇਆ ਜਾਂਦਾ ਹੈ, ਉਸੇ ਤਰੀਕੇ ਨਾਲ ਮੰਨਿਆ ਜਾਂਦਾ ਹੈ ਅਤੇ ਲਾਗੂ ਕੀਤਾ ਜਾਂਦਾ ਹੈ। ਇਸੇ ਕਰਕੇ ਸਾਡੇ ਵਿੱਚ ਏਕਤਾ ਪ੍ਰਗਟ ਹੁੰਦੀ ਹੈ। ਇਸ ਕਰਕੇ ਪਿਆਰਿਓ, ਜੋ ਵਚਨ ਅਸੀਂ ਪੜ੍ਹਦੇ ਹਾਂ, ਸੁਣਦੇ ਹਾਂ, ਇਸ ਦਾ ਠੀਕ ਮਤਲਬ, ਠੀਕ ਅਰਥ ਸਾਡੇ ਤੱਕ ਪਹੁੰਚਾਉਣਾ ਇਹ ਕਲੀਸਿਆ ਦਾ ਕੰਮ ਹੈ। ਇਹਨਾਂ ਰਸੂਲੀ ਅਧਿਕਾਰਾਂ ਦੇ ਰਾਹੀਂ ਅਸੀਂ ਬਰਕਤਾਂ ਹਾਸਲ ਕਰਦੇ ਹਾਂ, ਸਹੀ ਸਿੱਖਿਆ ਹਾਸਲ ਕਰਦੇ ਹਾਂ ਤੇ ਸਹੀ ਤਰੀਕੇ ਨਾਲ ਇਹਨਾਂ ਸਿੱਖਿਆਵਾਂ ਨੂੰ ਆਪਣੇ ਜੀਵਨ ਵਿੱਚ ਲਾਗੂ ਕਰਨ ਲਈ ਉਹ ਸਾਰੀ ਸਮਝ ਵੀ ਹਾਸਲ ਕਰਦੇ ਹਾਂ। ਇਸ ਕਰਕੇ ਸਾਨੂੰ ਖੁਸ਼ ਨਸੀਬ ਹੋਣਾ ਚਾਹੀਦਾ ਹੈ ਕਿ ਅਸੀਂ ਇਸ ਤਰ੍ਹਾਂ ਦੀ ਕਲੀਸਿਆ ਦੇ ਮੈਂਬਰ ਹਾਂ। ਕੋਈ ਇੱਕ ਇਨਸਾਨ ਉੱਠ ਕੇ ਇਹ ਨਹੀਂ ਕਹਿ ਸਕਦਾ ਕਿ ਆਹ ਸਹੀ ਹੈ ਤੇ ਇਸ ਤਰ੍ਹਾਂ ਕਰੋ। ਕਲੀਸਿਆ ਵਿੱਚ ਇਸ ਤਰ੍ਹਾਂ ਕਦੀ ਨਹੀਂ ਹੁੰਦਾ। ਕਲੀਸਿਆ ਇਹਨਾਂ ਗੱਲਾਂ ਉੱਤੇ ਵਿਚਾਰ ਕਰਦੀ ਹੈ, ਸਮਾਂ ਲੈ ਕੇ ਫਿਰ ਉਸ ਨੂੰ ਚੰਗੀ ਤਰ੍ਹਾਂ ਉਸ ਉੱਤੇ ਵਿਚਾਰ ਕਰਨ ਤੋਂ ਬਾਅਦ ਫਿਰ ਸਾਰੀ ਦੁਨੀਆ ਉੱਤੇ ਲਾਗੂ ਕਰਦੀ ਹੈ ਕਿ ਸਾਰੇ ਲੋਕਾਂ ਉੱਤੇ ਇੱਕੋ ਜਿਹੀ ਸਿੱਖਿਆ ਹੋਵੇ, ਇੱਕੋ ਜਿਹੇ ਕਾਨੂੰਨ ਹੋਣ, ਇੱਕੋ ਜਿਹੇ ਨਿਯਮ ਹੋਣ, ਇੱਕੋ ਹੀ ਤਰੀਕਾ ਹੋਵੇ। ਇਸ ਤਰੀਕੇ ਨਾਲ ਕਲੀਸਿਆ ਚਾਹੁੰਦੀ ਹੈ ਤੇ ਪ੍ਰਭੂ ਦੀ ਸੋਚ ਨੂੰ ਇਹ ਪ੍ਰਗਟ ਕਰਦੀ ਹੋਈ ਪ੍ਰਭੂ ਦੀ ਸੋਚ ਨੂੰ ਸਾਰੇ ਲੋਕਾਂ ਤੱਕ ਪਹੁੰਚਾਉਂਦੀ ਹੈ
कि एक प्रभु है, एक बपतिस्मा है, एक खुदा है, एक आत्मा है। उन्हां सारिਆਂ ਦੇ ਵਿੱਚ ਅਸੀਂ ਸ਼ਾਮਲ ਹਾਂ। आओ ਅਸੀਂ ਇਸ ਫਜ਼ਲ ਲਈ खुदा ਅੱਗੇ ਪ੍ਰਾਰਥਨਾ ਕਰੀਏ। ਸਭ ਸ਼ਕਤੀਮਾਨ ਪਿਤਾ ਪਰਮੇਸ਼ਰ, ਅਸੀਂ ਤੁਹਾਡੀ ਮਹਿਮਾ ਤੇ ਵਡਿਆਈ ਕਰਦੇ ਹਾਂ, ਧੰਨਵਾਦ ਕਰਦੇ ਹਾਂ ਅੱਜ ਦੇ ਦਿਨ ਦੇ ਲਈ। ਖਾਸ ਤੌਰ ਤੇ ਪ੍ਰਾਰਥਨਾ ਕਰਦੇ ਹਾਂ ਸਮੁੱਚੀ ਕੈਥੋਲਿਕ ਕਲੀਸਿਆ ਦੀ, ਆਪਣੇ ਸੰਤ ਪਾਪਾ ਫਰਾਂਸਿਸ, ਬਿਸ਼ਪ ਪਰਦੇ ਸਾਰੇ ਬਿਸ਼ਪ ਸਾਹਿਬਾਨ, ਰੋਹਿਤ ਸਿਸਟਰਾਂ, ਮੁਨਾਦ ਭਰਾ ਤੇ ਕਲੀਸਿਆ ਦੇ ਸਾਰੇ ਮੈਂਬਰਾਂ ਲਈ। ਐ ਪ੍ਰਭੂ, ਸਾਡੇ ਵਿੱਚ ਹਮੇਸ਼ਾ ਏਕਤਾ ਅਤੇ ਪਿਆਰ ਨੂੰ ਕਾਇਮ ਰੱਖ। ਅਸੀਂ ਇਹ ਮੰਗਦੇ ਹਾਂ ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ, ਆਮੀਨ। तारीफ दा मैं देवा बलिदान, पले आया जदों याद करा। तारीफ दा मैं देवा बलिदान, पले आया जदों याद करा। रेहा गुजरे दिनां विच मेरे नाल, बियाबान दे विच रही मेरी साथ। रेहा गुजरे दिनां विच मेरे नाल। बियाबान दे विच रही मेरी साथ। मैं सा होया बेवफा, ना होया बेवफा, मैं सा होया बेवफा, ना होया बेवफा। मेरे राह विच रेहा निगहबान, पले आया जदों याद करा। तारीफ दा मैं देवा बलिदान, पले आया जदों याद करा। ਭਰਾਓ ਤੇ ਭੈਣੋ, ਪ੍ਰਾਰਥਨਾ ਕਰੋ ਕਿ ਮੇਰੀ ਅਤੇ ਤੁਹਾਡੀ ਇਹ ਕੁਰਬਾਨੀ ਪੂਰੀ ਕੁਦਰਤ ਵਾਲੇ ਖੁਦਾ ਬਾਪ ਨੂੰ ਕਬੂਲ ਹੋਵੇ। ਪ੍ਰਭੂ ਇਸ ਕੁਰਬਾਨੀ ਨੂੰ ਤੁਹਾਡੇ ਹੱਥਾਂ ਦੇ ਵਿੱਚੋਂ ਆਪਣੇ ਨਾਂ ਦੀ ਉਸਤਤ ਤੇ ਵਡਿਆਈ ਲਈ ਅਤੇ ਸਾਡੇ ਤੇ ਸਾਰੀ ਪਾਕ ਕਲੀਸਿਆ ਦੇ ਭਲੇ ਲਈ ਕਬੂਲ ਕਰੇ। ਐ ਖੁਦਾ, ਇਸ ਕੁਰਬਾਨੀ ਦੇ ਅਸਚਰਜ ਭੇਦਾਂ ਦੇ ਰਾਹੀਂ ਤੂੰ ਸਾਨੂੰ ਆਪਣੇ ਖੁਦਾਈ ਸੁਭਾਅ ਵਿੱਚ ਹਿੱਸੇਦਾਰ ਬਣਾਇਆ ਹੈ। ਬਖਸ਼ ਦੇ ਕਿ ਅਸੀਂ ਜੋ ਤੇਰੀ ਸੱਚਾਈ ਨੂੰ ਜਾਣ ਚੁੱਕੇ ਹਾਂ, ਲਾਇਕ ਜੀਵਨ ਗੁਜ਼ਾਰਨ ਦੇ ਰਾਹੀਂ ਉਸ ਸੱਚਾਈ ਨੂੰ ਆਪਣਾ ਬਣਾ ਸਕੀਏ। ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ, ਆਮੀਨ। ਪ੍ਰਭੂ ਤੁਹਾਡੇ ਨਾਲ ਹੋਵੇ। ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਤੁਸੀਂ ਆਪਣੇ ਦਿਲ ਪ੍ਰਭੂ ਵੱਲ ਲਗਾਓ। ਅਸੀਂ ਆਪਣਾ ਦਿਲ ਪ੍ਰਭੂ ਵੱਲ ਲਗਾਉਂਦੇ ਹਾਂ। ਅਸੀਂ ਆਪਣੇ ਪ੍ਰਭੂ ਖੁਦਾ ਦਾ ਧੰਨਵਾਦ ਕਰੀਏ। ਇਹ ਸਹੀ ਅਤੇ ਯੋਗ ਹੈ। ਐ ਪ੍ਰਭੂ ਪਵਿੱਤਰ ਬਾਪ, ਪੂਰੀ ਕੁਦਰਤ ਵਾਲੇ ਤੇ ਅਕਾਲ ਖੁਦਾ, ਇਹ ਸੱਚਮੁੱਚ ਸਹੀ ਅਤੇ ਯੋਗ ਹੈ, ਮੁਕਤੀ ਪਾਉਣ ਦਾ ਰਾਹ ਹੈ ਕਿ ਅਸੀਂ ਹਰ ਵੇਲੇ ਅਤੇ ਹਰ ਥਾਂ ਯਿਸੂ ਮਸੀਹ ਆਪਣੇ ਪ੍ਰਭੂ ਦੇ ਰਾਹੀਂ ਤੇਰਾ ਧੰਨਵਾਦ ਕਰੀਏ। ਪਾਸਕਾ ਦੇ ਇਸ ਸਮੇਂ ਅਸੀਂ ਹਮੇਸ਼ਾ ਨਾਲੋਂ ਵਧੇਰੀ ਖੁਸ਼ੀ ਨਾਲ ਤੇਰੀ ਵਡਿਆਈ ਕਰਦੇ ਹਾਂ, ਜਦੋਂ ਮਸੀਹ ਸਾਡੇ ਲਈ ਪਾਸਕਾ ਲੀਲਾ ਕੁਰਬਾਨ ਹੋਇਆ। ਆਪਣੇ ਸਰੀਰ ਨੂੰ ਸਲੀਬ ਉੱਤੇ ਕੁਰਬਾਨ ਹੋਣ ਲਈ ਅਰਪਣ ਕਰਕੇ ਮਸੀਹ ਨੇ ਆਪਣੀ ਸੰਪੂਰਨ ਕੁਰਬਾਨੀ ਨਾਲ ਬਾਕੀ ਸਾਰੀਆਂ ਕੁਰਬਾਨੀਆਂ ਨੂੰ ਮੁਕੰਮਲ ਕੀਤਾ। ਆਪਣੇ ਆਪ ਨੂੰ ਸਾਡੀ ਨਸਾਤ ਲਈ ਤੇਰੇ ਹੱਥਾਂ ਵਿੱਚ ਸੌਂਪਦੇ ਹੋਏ ਉਸਨੇ ਆਪਣੇ ਆਪ ਨੂੰ ਪੁਰੋਹਿਤ, ਅਲਤਾਰ ਅਤੇ ਬਲੀਦਾਨ ਲੇਲਾ ਸਿੱਧ ਕੀਤਾ। ਇਸ ਲਈ ਅਸੀਂ ਆਪਣੀ ਖੁਸ਼ੀ ਵਿੱਚ ਫਰਿਸ਼ਤਿਆਂ ਦੇ ਸੰਗੀਤੀ ਲਸ਼ਕਰਾਂ ਨਾਲ ਮਿਲ ਕੇ ਤੇਰੀ ਮਹਿਮਾਨ ਗੀਤ ਗਾਉਂਦੇ ਹੋਏ ਇਹ ਐਲਾਨ ਕਰਦੇ ਹਾਂ, ਪਾਕ 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 ਲਸ਼ਕਰਾਂ ਦੇ ਪ੍ਰਭੂ ਖੁਦਾ, ਸਵਰਗ ਅਤੇ ਧਰਤੀ ਤੇਰੇ ਜਲਾਲ ਨਾਲ ਭਰਪੂਰ ਹਨ। ਉਚਾਈਆਂ ਵਿੱਚ ਹੋਸਨਾ, ਮੁਬਾਰਕ ਹੈ ਉਹ ਜੋ ਪ੍ਰਭੂ ਦੇ ਨਾਮ ਤੇ ਆਉਂਦਾ ਹੈ। ਉਚਾਈਆਂ ਵਿੱਚ ਹੋਸਨਾ। ਹੈ ਪ੍ਰਭੂ, ਤੂੰ ਸੱਚਮੁੱਚ ਪਵਿੱਤਰ ਹੈ ਅਤੇ ਸਭ ਪਵਿੱਤਰਤਾ ਦਾ ਸੋਮਾ ਹੈ। ਇਸ ਲਈ ਅਸੀਂ ਬੇਨਤੀ ਕਰਦੇ ਹਾਂ ਕਿ ਜਿਸ ਤਰ੍ਹਾਂ ਤਰੇਲ ਪੈਂਦੀ ਹੈ, ਉਸੇ ਤਰ੍ਹਾਂ ਤੂੰ ਆਪਣੇ ਰੂਹ ਪਾਕ ਨੂੰ ਭੇਜ ਕੇ ਇਹਨਾਂ ਨਸਾਨਿਆਂ ਨੂੰ ਪਵਿੱਤਰ ਕਰ, ਤਾਂ ਜੋ ਇਹ ਸਾਡੇ ਲਈ
ਸਾਡੇ ਪ੍ਰਭੂ ਯਿਸੂ ਮਸੀਹ ਦਾ ਬਦਨ ਅਤੇ ਲਹੂ ਬਣ ਜਾਵੇ। ਉਸਨੇ ਆਪਣੀ ਮਰਜ਼ੀ ਨਾਲ ਆਪਣੇ ਆਪ ਨੂੰ ਦੁੱਖ ਤਸੀਆਂ ਲਈ ਸੌਂਪਦੇ ਹੋਏ ਰੋਟੀ ਲਈ ਧੰਨਵਾਦ ਕਰਦਿਆਂ ਰੋਟੀ ਤੋੜੀ ਅਤੇ ਆਪਣੇ ਚੇਲਿਆਂ ਨੂੰ ਦਿੱਤੇ, ਇਹ ਕਹਿੰਦੇ ਹੋਏ, ਤੁਸੀਂ ਸਾਰੇ ਇਹ ਲਵੋ ਅਤੇ ਇਸ ਵਿੱਚੋਂ ਖਾਵੋ, ਕਿਉਂ ਜੋ ਇਹ ਮੇਰਾ ਬਦਨ ਹੈ ਜਿਹੜਾ ਤੁਹਾਡੇ ਲਈ ਕੁਰਬਾਨ ਕੀਤਾ ਜਾਵੇਗਾ। ਇਸੇ ਤਰ੍ਹਾਂ ਭੋਜਨ ਕਰਨ ਤੋਂ ਬਾਅਦ ਉਸਨੇ ਪਿਆਲਾ ਲਿਆ, ਇੱਕ ਵਾਰ ਫਿਰ ਤੇਰਾ ਧੰਨਵਾਦ ਕਰਦਿਆਂ ਪਿਆਲਾ ਆਪਣੇ ਚੇਲਿਆਂ ਨੂੰ ਦਿੱਤਾ, ਇਹ ਕਹਿੰਦੇ ਹੋਏ, ਤੁਸੀਂ ਸਾਰੇ ਇਹ ਲਵੋ ਅਤੇ ਇਸ ਵਿੱਚੋਂ ਪੀਓ, ਕਿਉਂ ਜੋ ਇਹ ਮੇਰੇ ਲਹੂ ਦਾ ਪਿਆਲਾ ਹੈ, ਨਵੇਂ ਅਤੇ ਸਤੀਵੀ ਨੇਮ ਦਾ ਲਹੂ, ਜੋ ਤੁਹਾਡੇ ਅਤੇ ਬਹੁਤਿਆਂ ਵਾਸਤੇ ਗੁਨਾਹਾਂ ਦੀ ਮਾਫੀ ਲਈ ਵਹਾਇਆ ਜਾਵੇਗਾ। ਮੇਰੀ ਯਾਦ ਵਿੱਚ ਇਹ ਕਰਿਆ ਕਰੋ। ਈਮਾਨ ਦਾ ਭੇਦ। ਐ ਪ੍ਰਭੂ, ਅਸੀਂ ਤੇਰੀ ਮੌਤ ਦਾ ਐਲਾਨ ਕਰਦੇ ਹਾਂ ਅਤੇ ਤੇਰੇ ਜੀ ਉੱਠਣ ਦੀ ਮਨਾਦੀ ਕਰਦੇ ਹਾਂ ਜਦ ਤੱਕ ਤੂੰ ਫਿਰ ਆਵੇਂਗਾ। ਐ ਪ੍ਰਭੂ, ਅਸੀਂ ਇਸ ਤੇਰੀ ਮੌਤ ਅਤੇ ਉਹਦੇ ਜੀ ਉੱਠਣ ਦੀ ਯਾਦਗਾਰੀ ਨੂੰ ਮਨਾਉਂਦੇ ਹੋਏ ਤੈਨੂੰ ਇਹ ਜੀਵਨ ਦੀ ਰੋਟੀ ਅਤੇ ਮੁਕਤੀ ਦਾ ਪਿਆਲਾ ਚੜਾਉਂਦੇ ਹਾਂ। ਅਸੀਂ ਤੇਰਾ ਧੰਨਵਾਦ ਕਰਦੇ ਹਾਂ ਕਿਉਂਕਿ ਤੂੰ ਸਾਨੂੰ ਇਸ ਯੋਗ ਠਹਿਰਾਇਆ ਕਿ ਅਸੀਂ ਤੇਰੀ ਹਜ਼ੂਰੀ ਵਿੱਚ ਦਾਖਲ ਹੋ ਕੇ ਤੇਰੀ ਸੇਵਾ ਕਰੀਏ। ਅਸੀਂ ਹਲੀਮੀ ਨਾਲ ਦੁਆ ਕਰਦੇ ਹਾਂ ਕਿ ਮਸੀਹ ਦੇ ਬਦਨ ਅਤੇ ਲਹੂ ਵਿੱਚ ਹਿੱਸਾ ਲੈਣ ਦੁਆਰਾ ਅਸੀਂ ਰੂਹ ਪਾਕ ਦੇ ਰਾਹੀਂ ਏਕਤਾ ਵਿੱਚ ਬਚੇ ਰਹੀਏ। ਐ ਪ੍ਰਭੂ, ਸਾਰੀ ਧਰਤੀ ਉੱਤੇ ਫੈਲੀ ਹੋਈ ਆਪਣੀ ਕਲੀਸਿਆ ਨੂੰ ਯਾਦ ਕਰ ਅਤੇ ਉਸ ਨੂੰ ਸਾਡੇ ਸੰਤ ਪਾਪਾ ਫ੍ਰਾਂਸਿਸ, ਸਾਡੇ ਬਿਸ਼ਪ ਫ੍ਰੈਂਕੋ ਤੇ ਇਗਨੈਲੋ, ਸਾਰੇ ਪ੍ਰੋਹਤਾਂ, ਧਾਰਮਿਕ ਸਿਸਟਰਾਂ ਤੇ ਸਭ ਵਿਸ਼ਵਾਸੀ ਲੋਕਾਂ ਨਾਲ ਪਿਆਰ ਦੀ ਸੰਪੂਰਨਤਾ ਵਿੱਚ ਕਾਇਮ ਰੱਖ। ਸਾਡੇ ਭੈਣਾਂ ਭਰਾਵਾਂ ਨੂੰ ਵੀ ਯਾਦ ਕਰ ਜਿਹੜੇ ਜੀ ਉੱਠਣ ਦੀ ਉਮੀਦ ਨਾਲ ਸੌਂ ਗਏ ਹਨ ਅਤੇ ਉਹਨਾਂ ਸਾਰਿਆਂ ਨੂੰ ਵੀ ਜੋ ਤੇਰੇ ਰਹਿਮ ਵਿੱਚ ਮਰ ਗਏ ਹਨ, ਇਹਨਾਂ ਦਾ ਤੂੰ ਆਪਣੀ ਹਜ਼ੂਰੀ ਦੇ ਚਾਨਣ ਵਿੱਚ ਸਵਾਗਤ ਕਰ। ਐ ਪ੍ਰਭੂ, ਅਸੀਂ ਬੇਨਤੀ ਕਰਦੇ ਹਾਂ ਕਿ ਸਾਡੇ ਸਾਰਿਆਂ ਉੱਤੇ ਦਇਆ ਕਰ ਤਾਂ ਜੋ ਮੁਕੱਦਸ ਕੁਆਰੀ ਮਰੀਮ ਖੁਦਾ ਦੀ ਮਾਂ ਦੇ ਨਾਲ, ਉਸੇ ਕੁਆਈ ਦੇ ਮੁਬਾਰਕ ਸੰਤ ਯੂਸਫ ਦੇ ਨਾਲ, ਧੰਨ ਰਸੂਲਾਂ, ਸੰਤ ਪੌਲੁਸ, ਸੰਤ ਬਰਨਬਾਸ ਤੇ ਸਾਰੇ ਸੰਤਾਂ ਨਾਲ ਜਿਨ੍ਹਾਂ ਨੇ ਸਾਰੇ ਯੁੱਗਾਂ ਵਿੱਚ ਤੈਨੂੰ ਖੁਸ਼ ਕੀਤਾ ਹੈ, ਅਸੀਂ ਸਤੀਵੀ ਜੀਵਨ ਦੇ ਵਾਰਿਸ ਹੋਣ ਦੇ ਹੱਕਦਾਰ ਬਣ ਜਾਵਾਂਗੇ ਅਤੇ ਤੇਰੇ ਬੇਟੇ ਯਿਸੂ ਮਸੀਹ ਦੇ ਰਾਹੀਂ ਤੇਰੀ ਵਡਿਆਈ ਅਤੇ ਉਸਤਤ ਕਰਾਂਗੇ। ਉਸਦੇ ਰਾਹੀਂ ਤੇ ਉਸਦੇ ਨਾਲ ਤੇ ਉਸਦੇ ਵਿੱਚ ਐ ਖੁਦਾ, ਪੂਰੀ ਕੁਦਰਤ ਵਾਲੇ ਬਾਪ, ਰੂਹ ਪਾਕ ਦੀ ਏਕਤਾ ਵਿੱਚ ਸਭ ਜਲਾਲ ਅਤੇ ਵਡਿਆਈ ਤੇਰੀ ਹੀ ਹੈ, ਸਦਾ ਤੋਂ ਸਦਾ ਤੀਕਰ। ਆਮੀਨ। ਆਓ ਅਸੀਂ ਪੂਰੇ ਭਰੋਸੇ ਨਾਲ ਉਹਨਾਂ ਸ਼ਬਦਾਂ ਵਿੱਚ ਉਸੇ ਹੀ ਪ੍ਰਾਰਥਨਾ ਦੁਹਰਾਈਏ ਜੋ ਪ੍ਰਭੂ ਯਿਸੂ ਮਸੀਹ ਨੇ ਸਾਨੂੰ ਸਿਖਾਈ ਹੈ। ਐ ਸਾਡੇ ਬਾਪ ਜਿਹੜਾ ਤੂੰ ਅਸਮਾਨ ਉੱਤੇ ਹੈ, ਤੇਰਾ ਨਾਮ ਪਾਕ ਮੰਨਿਆ ਜਾਵੇ, ਤੇਰਾ ਰਾਜ ਆਵੇ, ਤੇਰੀ ਮਰਜ਼ੀ ਜਿਸ ਤਰ੍ਹਾਂ ਅਸਮਾਨ ਉੱਤੇ ਪੂਰੀ ਹੁੰਦੀ ਹੈ ਜ਼ਮੀਨ ਉੱਤੇ ਵੀ ਹੋਵੇ। ਸਾਡੇ ਰੋਜ਼ ਦੀ ਰੋਟੀ ਅੱਜ ਸਾਨੂੰ ਦੇ
ਸਾਡੇ ਕਸੂਰ ਸਾਨੂੰ ਮਾਫ ਕਰ, ਜਿਸ ਤਰ੍ਹਾਂ ਅਸੀਂ ਆਪਣੇ ਕਸੂਰਵਾਰਾਂ ਨੂੰ ਮਾਫ ਕਰਦੇ ਹਾਂ। ਸਾਨੂੰ ਅਜ਼ਮਾਇਸ਼ ਵਿੱਚ ਨਾ ਪਾ, ਸਗੋਂ ਬੁਰਾਈ ਤੋਂ ਬਚਾ। ਐ ਪ੍ਰਭੂ, ਅਸੀਂ ਪ੍ਰਾਰਥਨਾ ਕਰਦੇ ਹਾਂ, ਸਭ ਬੁਰਾਈਆਂ ਤੋਂ ਸਾਨੂੰ ਬਚਾ। ਆਪਣੇ ਰਹਿਮ ਨਾਲ ਸਾਡੇ ਦਿਨਾਂ ਵਿੱਚ ਸ਼ਾਂਤੀ ਦੇ, ਤਾਂ ਜੋ ਤੇਰੀ ਦਇਆ ਦੀ ਮਦਦ ਨਾਲ ਅਸੀਂ ਹਮੇਸ਼ਾ ਗੁਨਾਹਾਂ ਤੋਂ ਮੁਕਤ ਰਹੀਏ ਅਤੇ ਹਰ ਮੁਸੀਬਤ ਤੋਂ ਸੁਰੱਖਿਅਤ ਰਹੀਏ। ਜਿਵੇਂ ਮੁਬਾਰਕ ਉਮੀਦ ਰੱਖਦੇ ਹੋਏ ਅਸੀਂ ਯਿਸੂ ਮਸੀਹ ਸਾਡੇ ਮੁਕਤੀਦਾਤੇ ਦੇ ਆਉਣ ਦੀ ਉਡੀਕ ਕਰਦੇ ਹਾਂ। क्यों सो राज कुदरत ते जलाल युगो युग तेरा ही है। ਐ ਪ੍ਰਭੂ ਯਿਸੂ ਮਸੀਹ, ਆਪ ਤਾਂ ਆਪਣੇ ਰਸੂਲਾਂ ਨੂੰ ਆਖਿਆ, ਮੈਂ ਤੁਹਾਨੂੰ ਸ਼ਾਂਤੀ ਦਿੰਦਾ ਹਾਂ, ਆਪਣੀ ਸ਼ਾਂਤੀ ਮੈਂ ਤੁਹਾਨੂੰ ਪ੍ਰਦਾਨ ਕਰਦਾ ਹਾਂ। ਤੂੰ ਸਾਡੇ ਗੁਨਾਹਾਂ ਨੂੰ ਨਹੀਂ, ਸਗੋਂ ਆਪਣੀ ਕਲੀਸਿਆ ਦੇ ਈਮਾਨ ਨੂੰ ਵੇਖ ਅਤੇ ਉਸ ਨੂੰ ਆਪਣੀ ਮਰਜ਼ੀ ਮੁਤਾਬਕ ਸ਼ਾਂਤੀ ਅਤੇ ਏਕਤਾ ਪ੍ਰਦਾਨ ਕਰ। ਤੁਝੇ ਜਿਉਂਦਾ ਤੇ ਰਾਜ ਕਰਦਾ ਹੈ ਸਦਾ ਤੋਂ ਸਦਾ ਤੀਕ। आमीन। ਪ੍ਰਭੂ ਦੀ ਸ਼ਾਂਤੀ ਸਦਾ ਤੁਹਾਡੇ ਨਾਲ ਹੋਵੇ अति तुहाड़ी रूह नाल भी होवे। ਅਸੀਂ ਆਪੋ ਵਿੱਚ ਸ਼ਾਂਤੀ ਦਾ ਸਲਾਮ ਦਈਏ। ਐ ਲੀਲੀ ਖੁਦਾ ਦੀ, ਤੂੰ ਜਿਹੜਾ ਦੁਨੀਆ ਦੇ ਗੁਨਾਹ ਚੁੱਕ ਲੈਂਦਾ ਹੈ, साड़ी उत्ते दया कर। ऐ लीली खुदा दी, तू जेड़ा दुनिया दे गुनाह चुक लेंदा है, साड़ी उत्ते दया कर। ऐ लीली खुदा दी, तू जेड़ा दुनिया दे गुनाह चुक लेंदा है, सानू शांति दे। ਵੇਖੋ ਖੁਦਾ ਦਾ ਲੇਲਾ ਪ੍ਰਭੂ ਯਿਸੂ ਮਸੀਹ, ਇਹਨੂੰ ਵੇਖੋ ਜਿਹੜਾ ਦੁਨੀਆ ਦੇ ਗੁਨਾਹ ਚੁੱਕ ਲੈ ਜਾਂਦਾ ਹੈ। ਧੰਨ ਹਨ ਉਹ ਜਿਹੜੇ ਲੇਲੇ ਦੇ ਭੋਜ ਲਈ ਸੱਦੇ ਗਏ ਹਨ। ऐ प्रभु, मैं इस योग्यता नहीं हाँ कि तू मेरी छत थले आवे, पर एक ही शब्द आ तां मेरी रूह चंगी हो जावेगी। मेरे दिल विच आके वस जा, मैनू अपना बना ले मेरे शाफिया। मेरे दिल विच आके वस जा, मैनू अपना बना ले मेरे शाफिया। मेरे दिल विच आ, मैनू अपना बना, मेरे दिल विच आ, मैनू अपना बना। तेरे नाल हो जावेगी मेरी साथ, मेरे दिल विच आके वस जा, मैनू अपना बना ले मेरी शाफिया। मेरे दिल विच आके वस जा, मैनू अपना बना ले मेरी शाफिया। वायदा है तेरा है प्रभु, रोटी हाँ मैं जीवन दी। वायदा है तेरा है प्रभु, रोटी हाँ मैं जीवन दी। खांदा है ओ जेड़ा मैनू मिलदी है अपनी जिंदगी। मैनू रोटी खवा, मैनू जिंदगी दवा, मैनू रोटी खवा, मैनू जिंदगी दवा। तेरे लिखे ना दित्ती मैं मेरी जान, मेरे दिल विच आके बस जा, मैनू अपना बना ले मेरी शाफिया। मेरे दिल विच आके बस जा, मैनू अपना बना ले मेरी शाफिया। मैनू अपना बना ले मेरी शाफिया। मैनू अपना बना ले मेरी शाफिया। ਅਸੀਂ ਪ੍ਰਾਰਥਨਾ ਕਰੀਏ। ਐ ਪ੍ਰਭੂ, ਅਸੀਂ ਬੇਨਤੀ ਕਰਦੇ ਹਾਂ ਕਿ ਆਪਣੇ ਲੋਕਾਂ ਉੱਤੇ ਮਿਹਰ ਕਰਕੇ ਉਹਨਾਂ ਨੂੰ ਆਪਣੀ ਹਜ਼ੂਰੀ ਦੀ ਬਰਕਤ ਪ੍ਰਦਾਨ ਕਰ
ਜਿਨ੍ਹਾਂ ਨੂੰ ਤੂੰ ਸਵਰਗੀ ਭੇਦਾਂ ਦਾ ਵਰਦਾਨ ਦਿੱਤਾ ਹੈ, ਉਹਨਾਂ ਨੂੰ ਇਨਸਾਨੀ ਕਮਜ਼ੋਰੀ ਦੇ ਰਾਹ ਤੋਂ ਜੀ ਉੱਠੇ ਪ੍ਰਭੂ ਯਿਸੂ ਮਸੀਹ ਵਿੱਚ ਨਵੀਂ ਜ਼ਿੰਦਗੀ ਵਿੱਚ ਦਾਖਲ ਹੋਣ ਦਾ ਫਜ਼ਲ ਬਖਸ਼, ਜੇ ਜਿਉਂਦਾ ਤੇ ਰਾਜ ਕਰਦਾ ਹੈ ਸਦਾ ਤੋਂ ਸਦਾ ਤੀਕਰ। ਆਮੀਨ। ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਸਭ ਸ਼ਕਤੀਮਾਨ ਖੁਦਾ ਬਾਪ ਅਤੇ ਬੇਟਾ ਤੇ ਰੂਹ ਪਾਕ ਤੁਹਾਨੂੰ ਸਭ ਨੂੰ ਬਰਕਤ ਦੇਵੇ। ਆਮੀਨ। ਸ਼ਾਂਤੀ ਵਿੱਚ ਜਾਵੋ। ਹਾਲੇਲੂਇਆ ਹਾਲੇਲੂਇਆ। ਖੁਦਾ ਦਾ ਸ਼ੁਕਰ ਹੋਵੇ। ਹਾਲੇਲੂਇਆ ਹਾਲੇਲੂਇਆ। ਦੁਆ ਯਾਦ ਕਰ। ਯਾਦ ਕਰ ਐ ਨਹਾਇਤ ਮਿਹਰਬਾਨ ਕੁਆਰੀ ਮਰੀਮ, ਭਈ ਕਦੀ ਇਹ ਨਹੀਂ ਸੁਣਿਆ ਗਿਆ ਕਿ ਕੋਈ ਵੀ ਤੇਰੀ ਪਨਾਹ ਲੱਭਦਿਆਂ, ਤੇਰੀ ਮਦਦ ਚਾਹੁੰਦਿਆਂ, ਤੇਰੀ ਸਿਫਾਰਿਸ਼ ਮੰਗਦਿਆਂ ਤੈਥੋਂ ਖਾਲੀ ਗਿਆ ਹੋਵੇ। ਐ ਕੁਆਰੀ ਕੁਆਰੀਆਂ ਦੀ ਅਤੇ ਮੇਰੀ ਮਾਂ, ਮੈਂ ਇਸ ਤਸੱਲੀ ਨਾਲ ਮੈਂ ਤੇਰੇ ਕੋਲ ਨੱਸ ਕੇ ਆਉਂਦਾ ਹਾਂ ਅਤੇ ਤੇਰੇ ਅੱਗੇ ਖਲੋ ਕੇ ਮੈਂ ਗੁਨਾਹੀ ਰੋਂਦਾ ਹਾਂ। ਐ ਦੀ ਤਾਰੇ ਹੋਏ ਕਲਾਮ ਦੀ ਮਾਂ, ਮੇਰੀਆਂ ਅਰਜ਼ਾਂ ਨੂੰ ਹਕੀਰ ਨਾ ਜਾਣ, ਸਗੋਂ ਮਿਹਰਬਾਨੀ ਨਾਲ ਸੁਣ ਅਤੇ ਕਬੂਲ ਕਰ। ਆਮੀਨ। ਮਾਂ ਮਰੀਮ ਸ਼ਾਂਤੀ ਦੀ ਰਾਣੀ, ਸਾਡੇ ਲਈ ਦੁਆ ਕਰ।